देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਪੰਜਾਬ ਚੀਫ ਸੈਕਟਰੀ ਵਿਨੀ ਮਹਾਜਨ ਅੱਜ ਜਲੰਧਰ ਪਹੁੰਚੇ, ਜਿੱਥੇ ਉਹਨਾਂ ਸ਼ਹਿਰ ਤੇ ਪਿੰਡੂ ਇਲਾਕਿਆਂ 'ਚ ਹੋ ਰਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਤੋਂ ਇਲਾਵਾ ਉਹਨਾਂ ਕਰੋਨਾ ਦੀ ਮੌਜੂਦਾ ਸਥਿਤੀ ਬਾਰੇ ਵੀ ਚਰਚਾ ਕੀਤੀ ਤੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਗੱਲਬਾਤ ਕੀਤੀ। ਕਰੋਨਾ ਵੈਕਸੀਨ ਬਾਰੇ ਉਹਨਾਂ ਕਿਹਾ ਕਿ ਵੈਕਸੀਨ ਨੂੰ ਲਿਆਉਣ ਦਾ ਕੰਮ ਕੇਂਦਰ ਵੱਲੋਂ ਕੀਤਾ ਜਾਵੇਗਾ, ਜਦਕਿ ਉਸ ਦੀ ਵੰਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਅੱਜ ਜਲੰਧਰ ਡਿਵੀਜ਼ਨ ਦੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹਨਾਂ ਦੇ ਕੰਮ ਦੀ ਸਮੀਖਿਆ ਵਾਸਤੇ ਚੰਡੀਗੜ੍ਹ ਤੋਂ ਪੰਜਾਬ ਸਰਕਾਰ ਦੇ ਸੀਨੀਅਰ ਸੈਕਟਰੀ ਸਾਹਿਬਾਨ ਜਿਹੜੇ ਕਿ ਇੱਕ ਜ਼ਿਲ੍ਹੇ ਦੇ ਇੰਚਾਰਜ ਨੇ ਔਰ ਮੈਂ ਉਚੇਚੇ ਤੌਰ 'ਤੇ ਇੱਥੇ ਆਈ ਹਾਂ। ਅਸੀਂ ਪੂਰੇ ਪੰਜਾਬ ਵਿੱਚ ਡਿਵੀਜ਼ਨ ਪੱਧਰ 'ਤੇ ਮੀਟਿੰਗਾਂ ਕੀਤੀਆਂ ਨੇ ਤਾਂ ਕਿ ਡਿਪਟੀ ਕਮਿਸ਼ਨਰ ਸਾਹਿਬਾਨਾਂ ਨਾਲ ਔਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਨਾਲ ਜਾਇਜ਼ਾ ਲੈ ਸਕੀਏ ਕਿ ਜੋ ਕੰਮ ਕੁਛ ਰੁਕੇ ਹੋਏ ਸੀ ਕੋਵਿਡ ਦੇ ਚਲਦੇ ਲੋਕਡਾਊਨ ਕਰਕੇ ਔਰ ਜਿਹੜੇ ਸਰਕਾਰ ਦੇ ਡਿਵੈਲਪਮੈਂਟ ਪ੍ਰੋਜੈਕਟਸ ਨੇ ਹਰ ਜ਼ਿਲ੍ਹੇ ਦੇ ਕੁਝ ਇੰਪੋਰਟੈਂਟ ਪ੍ਰੋਜੈਕਟਸ ਨੇ ਉਹਨਾਂ ਦੇ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਾ ਆਵੇ। ਸੋ ਇਸ ਸਮੀਖਿਆ ਦੇ ਮੁੱਖ ਮਕਸਦ ਇਹ ਨੇ ਕਿ ਇੱਕ ਤਾਂ ਨੋਰਮਲ ਗਵਰਨਮੈਂਟ ਦਾ ਕੰਮ, ਚਾਹੇ ਉਹ ਸਰਵਿਸ ਡਿਲੀਵਰੀ ਦਾ ਕੰਮ ਹੈ ਜਿਵੇਂ ਰੈਵਨਿਊ ਕੋਰਟ ਵਰਕ ਕਰਨਾ, ਆਪਣਾ ਇੰਤਕਾਲ ਕਰਨਾ, ਟੈਕਸ ਕਲੈਕਸ਼ਨ ਦੇ ਕੰਮ ਜਾਂ ਕਿਸੇ ਵੀ ਹੈਲਥ ਸਕੀਮ ਦੇ, ਐਜੂਕੇਸ਼ਨ ਮਹਿਕਮੇ ਦੇ, ਇਹ ਜੋ ਕੰਮਕਾਜ ਸਰਕਾਰ ਦੇ ਵੱਖ-ਵੱਖ ਮਹਿਕਮੇ ਕਰਦੇ ਨੇ ਜਿਨ੍ਹਾਂ ਦੀ ਓਵਰਆਲ ਦੇਖ ਰੇਖ ਡਿਪਟੀ ਕਮਿਸ਼ਨਰ ਸਾਹਿਬਾਨ ਨੇ ਕਰਨੀ ਹੁੰਦੀ ਹੈ ਔਰ ਉਹ ਕੁਛ ਹੱਦ ਤੱਕ ਉਹ ਰੁਕ ਗਏ ਸੀ, ਸਲੋ ਹੋ ਗਏ ਸੀ, ਉਹਨਾਂ ਵਿੱਚ ਪੂਰੀ ਤੇਜ਼ੀ ਲਿਆਣੀ ਤਾਂ ਕਿ ਪੈਂਡੈਂਸੀ ਖਤਮ ਹੋ ਕੇ ਹੁਣ ਅਸੀਂ ਪੂਰੇ ਵੱਧ ਚੜ੍ਹ ਕੇ ਇਹ ਸਰਵਿਸ ਡਿਲੀਵਰੀ ਕਰੀਏ। ਇਸ ਦੇ ਨਾਲ ਨਾਲ ਸਰਕਾਰ ਦਾ ਪੇਂਡੂ ਏਰੀਆ ਵਾਸਤੇ ਸਮਾਰਟ ਵਿਲੇਜ ਕੈਂਪੇਨ ਔਰ ਸ਼ਹਿਰੀ ਇਲਾਕਿਆਂ ਵਾਸਤੇ ਅਰਬਨ ਐਨਵਾਇਰਨਮੈਂਟ ਇੰਫਰਾਸਟਰਕਚਰ ਪ੍ਰੋਗਰਾਮ ਜਿਹੜਾ ਹੈ ਉਹਦਾ ਵੀ ਹੁਣ ਦੂਸਰਾ ਫੇਜ਼ ਚਾਲੂ ਹੋ ਗਏ ਨੇ। ਸੋ ਪਹਿਲਾ ਫੇਜ਼ ਵੀ ਸਭ ਵੀ ਮੁਕੰਮਲ ਕਰਕੇ ਦੂਸਰੇ ਫੇਜ਼ 'ਤੇ ਕੰਮ ਸ਼ੁਰੂ ਕੀਤੇ ਜਾਣ ਔਰ ਛੇਤੀ ਨਾਲ ਨੇਪੜੇ ਚਾੜੇ ਜਾਣ। ਹਰ ਜ਼ਿਲ੍ਹੇ ਦੇ ਕੁਝ ਸਪੈਸ਼ਲ ਪ੍ਰੋਜੈਕਟਸ ਨੇ, ਉਹ ਸਪੈਸ਼ਲ ਪ੍ਰੋਜੈਕਟਸ ਚਾਹੇ ਜਿਵੇਂ ਜਲੰਧਰ ਦੇ ਕਨਾਲ ਬੇਸਡ ਡਰਿੰਕਿੰਗ ਵਾਟਰ ਸਪਲਾਈ ਪ੍ਰੋਜੈਕਟ ਹੈ, ਹੋਰ ਪ੍ਰੋਜੈਕਟ ਨੇ, ਉਹਨਾਂ 'ਚ ਅਗਰ ਕੋਈ ਸਟੇਟ ਪੱਧਰ ਦੇ ਕੁਝ ਰੁਕਾਵਟਾਂ ਹੋਣ, ਕੋਈ ਇੰਟਰ ਡਿਪਾਰਟਮੈਂਟਲ ਇਸ਼ੂਜ਼ ਹੋਣ, ਉਹਨਾਂ ਨੂੰ ਸੋਲਵ ਕਰਨ ਲਈ ਅੱਜ ਇੱਥੇ ਆਏ ਹਾਂ। ਔਰ ਮੇਰੇ ਨਾਲ ਜਿਵੇਂ ਮੈਂ ਕਿਹਾ ਮੇਰੇ ਕੋਲੀਗਸ ਮਿਸਟਰ ਵੇਨੂ ਪ੍ਰਸਾਦ, ਮਿਸਟਰ ਆਲੋਕ ਸ਼ੇਖਰ, ਮਿਸਟਰ ਜਸਪਾਲ ਸਿੰਘ, ਮੈਡਮ ਜਸਪ੍ਰੀਤ ਤਲਵਾੜ ਔਰ ਹੋਰ ਅਫਸਰ ਸਾਹਿਬਾਨ, ਮਿਸਟਰ ਸਰਜੀਤ ਸਿੰਘ, ਮਿਸਟਰ ਅਜੈ ਸਿਨਹਾ ਆਏ ਹੋਏ ਨੇ। ਸੋ ਇਹ ਸੀ ਸਾਡਾ ਆਉਣ ਦਾ ਇੱਥੇ ਮਕਸਦ। ਤੁਹਾਡੇ ਵੱਲੋਂ ਕੋਈ ਫੀਡਬੈਕ, ਕੋਈ ਜਲੰਧਰ ਬਾਰੇ ਜਾਂ ਕੁਝ ਹੋਰ ਇਸ਼ੂਜ਼ ਅਗਰ ਤੁਸੀਂ ਰੇਜ਼ ਕਰਨਾ ਚਾਹੋ। ਮੈਡਮ ਆਪਾਂ ਪੰਜਾਬ ਲੈਵਲ ਦਾ ਜਿਹੜਾ ਅਸੀਂ ਕਰ ਰਹੇ ਹਾਂ ਜਲੰਧਰ ਜ਼ੋਨ ਦੀ ਸੀਜ਼ਨ ਕਿੰਨੇ ਕਰੋੜ ਦੇ ਪ੍ਰੋਜੈਕਟ ਜਿਹੜੇ ਤੁਸੀਂ ਕਰ ਚੁੱਕੇ ਹੋ ਜਾਂ ਕਿੰਨੇ ਪੈਂਡਿੰਗ ਦੇ ਕੋਈ ਹੈ? ਇਹ ਨੰਬਰਸ ਤੁਹਾਨੂੰ ਸੈਪਰੇਟਲੀ ਦੇ ਦਿਆਂਗੇ। ਜਲੰਧਰ ਦੇ ਖਾਸ ਤੌਰ 'ਤੇ ਡੀਸੀ ਸਾਹਿਬ ਦੇ ਦੇਣਗੇ, ਜਲੰਧਰ ਡਿਵੀਜ਼ਨ ਦੇ ਮਿਸਟਰ ਰਾਜਕਮਲ ਚੌਧਰੀ ਦੇ ਦੇਣਗੇ। ਮੈਂ ਜਿੱਦਾਂ ਹੁਣ ਫਾਰਮਰ ਦਾ ਇਸ਼ੂ ਚੱਲ ਰਿਹਾ ਹੈਗਾ ਅਤੇ ਫਾਰਮਰ ਡਿਮਾਂਡ ਕਰ ਰਹੇ ਕਿ ਹੋਰ ਕ੍ਰੌਪਸ ਦੇ ਵੀ ਐਵੇਂ ਸਕੀਮ ਮਿਲੇ, ਮਤਲਬ ਦੈਟ ਹੈਜ਼ ਬੀਨ ਐਨ ਇਸ਼ੂ ਐਂਡ ਸਟਿਲ ਇਜ਼ ਅਨਸੋਲਵਡ। ਜ਼ਿਆਦਾਤਰ ਵੀ ਪ੍ਰਾਈਸ ਤੇ ਹੋਗਾ, ਜੋ ਮੇਜ਼ ਦਾ ਪ੍ਰਾਈਸ ਵੀ ਹੈ ਉਹ ਵੀ ਉਹਦਾ ਪ੍ਰਾਈਸ ਨਹੀਂ ਮਿਲਦਾ। ਸੋ ਔਨ ਦਿਸ ਫਰੰਟ ਇਹ ਇਸ਼ੂ ਨੈਸ਼ਨਲ ਪੱਧਰ 'ਤੇ ਵਿਚਾਰ ਅਧੀਨ ਹੈ। ਸੋ ਮੇਰੇ ਖਿਆਲ ਸਟੇਟ 'ਤੇ ਕਮੈਂਟ ਕਰਨਾ ਇਸ 'ਤੇ ਉਚਿਤ ਨਹੀਂ ਹੋਵੇਗਾ। ਸਾਡੇ ਤਾਂ ਆਦਮਪੁਰ ਏਅਰਪੋਰਟ ਉਹਦੀ ਜਿਹੜੀ ਮੇਨ ਹੈ ਸੜਕ ਹੈ ਬਹੁਤ ਹੀ ਖਸਤਾ ਹੋਈ ਸੀ, ਅਪਰੂਵ ਹੋ ਚੁੱਕੀ ਹੈ ਪਰ ਸਾਲਾਂ ਤੋਂ ਚੀਜ਼ ਪੈਂਡਿੰਗ ਹੈ, ਮਤਲਬ ਫੰਡ ਨਹੀਂ ਆ ਰਹੇ। ਉਹ ਵੀ ਅੱਜ ਰਿਵਿਊ ਹੋਇਆ ਹੈ। ਆਦਮਪੁਰ ਏਅਰਪੋਰਟ ਵਾਸਤੇ ਜੋ ਸੜਕ ਹੈ ਬਹੁਤ ਜ਼ਰੂਰੀ ਹੈ ਕਿ ਉਸ ਦੀ ਮੁਰੰਮਤ ਹੋ ਕੇ ਉਸ ਨੂੰ ਸਹੀ ਪੱਧਰ ਦਾ ਕੀਤਾ ਜਾਵੇ। ਉਹਦੇ ਲਈ ਫੰਡਸ ਦਾ ਪ੍ਰਬੰਧ ਕਰ ਲਿਆ ਗਿਆ ਹੈ ਔਰ ਅਸੀਂ ਸਮੀਖਿਆ ਕੀਤੀ ਹੈ। ਉਹਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਏਗਾ ਔਰ ਆਉਣ ਵਾਲੇ ਕੁਛ ਹੀ ਮਹੀਨਿਆਂ ਦੇ ਵਿੱਚ ਉਹ ਮੁਕੰਮਲ ਹੋ ਜਾਏਗਾ। ਉਹਦਾ ਟਾਈ ਅਪ ਹੋ ਗਿਆ ਹੈ। ਇਸ ਤੋਂ ਮੈਡਮ ਸਾਡੇ ਢੋਲੀ ਰੋਡ ਜਿੱਥੇ ਇੰਡਸਟਰੀ ਜ਼ੋਨ ਦੇ ਉੱਤੇ ਸੜਕ ਸ਼ੁਰੂ ਕਰਤੀ, ਉਹ ਵੀ ਅੱਜ ਅਸੀਂ ਸਮੀਖਿਆ ਉਹਦੀ ਕੀਤੀ ਹੈ
ਔਰ ਟੋਗਰੀ ਰੋਡ ਨੂੰ ਵੀ ਜਾਣ ਵਾਲੀ ਸੜਕ ਦਾ ਫੰਡਸ ਦਾ ਵੀ ਪ੍ਰਬੰਧ ਹੋ ਗਿਆ ਹੈ ਔਰ ਉਹਦੀ ਉਸਾਰੀ ਵੀ ਛੇਤੀ ਸ਼ੁਰੂ ਹੋ ਜਾਏਗੀ। मैम बाकी दसना क्वेश्चन जलंधर इज इन स्मार्ट सिटी लेकिन फिर भी फॉर लॉन्ग टाइम लास्ट 5-6 ईयर्स कूड़े की समस्या हल नहीं हो सकती। ਕਿਹਦੀ ਸਮੱਸਿਆ? कूड़े की डंप ਹਾਂ हरियाणा डंप और शहर के सिटी के कलैक्शन की जी मेन कूड़े की दूर हो सकती है और आई से जी अंबर की सब तो बड़ी प्रॉब्लम है वो वास्ते कुछ कोई प्रोजेक्ट है कोई हरियाणा डंप कोई नवा डंप लगा रहे हो की है ਘनश्याम डिटेल्स देंगे। ਹਰਿਆਣਾ ਡੰਪ ਲਈ ਅੱਜ ਹਰਿਆਣਾ ਡੰਪ ਦੇ ਉੱਤੇ ਡਿਸਕਸ ਹੋਇਆ ਉਹਦਾ ਬਾਇਓ ਰੀਮੀਡੀਏਸ਼ਨ ਦਾ ਪ੍ਰੋਜੈਕਟ ਕਾਰਪੋਰੇਸ਼ਨ ਨੇ ਫਲੋਟ ਕੀਤਾ ਤੇ ਉਹਦਾ ਵੀ ਟੈਂਡਰ ਲੱਗਿਆ ਹੋਇਆ ਵਰਕ ਆਰਡਰ ਸਟੇਜ ਤੇ ਉਹ ਕਿੱਥੇ ਹੀ ਹੈ। ਇਹ ਤਕਰੀਬਨ 43 ਕਰੋੜ ਦੇ ਦਾ ਪ੍ਰੋਜੈਕਟ ਹੋਏਗਾ ਜਿਹਦੇ ਨਾਲ ਜਿਹੜਾ ਡੰਪ ਬਣਿਆ ਹੋਇਆ ਹੈ ਉਸ ਦੀ ਜਿਹਨੂੰ ਰੈਮੀਡੀਏਸ਼ਨ ਕਹਿੰਦੇ ਆ ਕਿ ਉਹਨੂੰ ਸਾਫ਼ ਸੁਥਰਾ ਕੀਤਾ ਜਾਏਗਾ। ਆਸ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਉਹ ਕੰਮ ਛੇਤੀ ਤੋਂ ਛੇਤੀ ਹੋ ਜਾਏਗਾ। ਕੋਵਿਡ ਵਾਸਤੇ ਜੋ ਵੈਕਸੀਨ ਆਣੀ ਹੈ ਉਹਦੇ ਵਾਸਤੇ ਵੈਕਸੀਨ ਦਾ ਪ੍ਰਬੰਧ ਤਾਂ ਕੇਂਦਰ ਸਰਕਾਰ ਕਰੇਗੀ ਜੋ ਹੁਣ ਤੱਕ ਉਹਨਾਂ ਨੇ ਸਾਨੂੰ ਦੱਸਿਆ ਹੈ। ਸੋ ਕਿਹੜੀ ਵੈਕਸੀਨ ਆਏਗੀ ਉਹ ਹਾਲੇ ਕਿਉਂਕਿ ਕੋਈ ਵੈਕਸੀਨ ਹਿੰਦੁਸਤਾਨ ਵਿੱਚ ਪ੍ਰਯੋਗ ਵਾਸਤੇ ਹਾਲੇ ਨਹੀਂ ਅਪਰੂਵ ਹੋਈ ਤਾਂ ਉਹ ਕੁਐਸਚਨ ਤਾਂ ਹਾਲੇ ਓਪਨ ਹੈ। ਲੇਕਿਨ ਵੈਕਸੀਨ ਦੇ ਆਏ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਛੇਤੀ ਤੋਂ ਛੇਤੀ ਔਰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਉਹਦੇ ਸਾਰੇ ਪ੍ਰਬੰਧ ਕੀਤੇ ਗਏ ਨੇ। ਵੱਖ-ਵੱਖ ਲੈਵਲ ਤੇ ਸੰਬੰਧਿਤ ਮਹਿਕਮੇ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ। ਮੈਂ ਖੁਦ ਮੀਟਿੰਗ ਕੀਤੀ ਹੈ ਸਟੇਟ ਪੱਧਰ ਦੀ ਕਮੇਟੀ ਦੀ। ਹੈਲਥ ਸੈਕਟਰੀ ਵੀ ਉਹਦੇ ਆਪਰੇਸ਼ਨਲ ਡਿਟੇਲਸ ਦੇਖ ਰਹੇ ਨੇ। ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਪੱਧਰ ਦੀ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਨੇ। ਬਲਾਕ ਲੈਵਲ ਤੱਕ ਐਸਟੀਐਮ ਇੰਚਾਰਜ ਦੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਔਰ ਉਹ ਦੇਖ ਰਹੇ ਨੇ ਕਿ ਪਹਿਲੀ ਚੀਜ਼ ਤਾਂ ਕਿ ਇਨਫਰਾਸਟ੍ਰਕਚਰ ਠੀਕ ਹੋਵੇ ਕਿਉਂਕਿ ਵੈਕਸੀਨ ਨੂੰ ਕੋਲਡ ਚੇਨ ਵਿੱਚ ਸਹੀ ਤਰੀਕੇ ਤੇ ਟੈਂਪਰੇਚਰ ਤੇ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹਦਾ ਅਸਰ ਖਰਾਬ ਹੋ ਜਾਂਦਾ ਹੈ। ਵੈਕਸੀਨ ਕਰਨ ਵਾਲੇ ਜਿਨ੍ਹਾਂ ਨੂੰ ਵੈਕਸੀਨੇਟਰ ਕਹਿੰਦੇ ਨੇ ਉਹ ਸਫੀਸ਼ੀਐਂਟ ਗਿਣਤੀ ਵਿੱਚ ਹੋਣ, ਉਹਨਾਂ ਦੀ ਟ੍ਰੇਨਿੰਗ ਹੋਏ, ਇਹਦਾ ਪ੍ਰਬੰਧ ਕੀਤਾ ਗਿਆ ਹੈ। ਜੋ ਪ੍ਰਾਇਰਟੀ ਲਿਸਟ ਕੇਂਦਰ ਸਰਕਾਰ ਨੇ ਸੁਝਾਈ ਹੈ ਕਿ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਹੋਣ, ਉਹਨਾਂ ਦੀ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਦੀ ਪੂਰੀ ਲਿਸਟਿੰਗ ਕਰਕੇ ਇੱਕ ਪੋਰਟਲ ਹੈ, ਪੋਰਟਲ ਦੇ ਉੱਪਰ ਉਹਨਾਂ ਦੀ ਐਂਟਰੀ ਕੀਤੀ ਗਈ ਹੈ। ਫਰੰਟਲਾਈਨ ਵਰਕਰਸ ਕੇਂਦਰ ਸਰਕਾਰ ਨੇ ਜੋ ਕਹੇ ਨੇ ਉਹਨਾਂ ਦੇ ਬਾਰੇ ਵੀ ਹੁਣ ਗਵਰਨਮੈਂਟ ਆਫ ਇੰਡੀਆ ਸੁਜੈਸਟ ਕਰ ਰਹੀ ਹੈ ਕਿ ਜੋ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦਾ ਪੂਰਾ ਡੇਟਾਬੇਸ ਬਣਾਇਆ ਜਾਵੇ। ਸੋ ਇਹ ਸਾਰੀਆਂ ਤਿਆਰੀਆਂ ਕਿ ਇਨਫਰਾਸਟ੍ਰਕਚਰ ਠੀਕ ਹੋਵੇ, ਵੈਕਸੀਨ ਕਰਨ ਵਾਲੇ ਟ੍ਰੇਨਡ ਹੋਣ ਔਰ ਸਫੀਸ਼ੀਐਂਟ ਗਿਣਤੀ ਵਿੱਚ ਹੋਣ, ਵੈਕਸੀਨ ਲਗਾਉਣ ਦਾ ਕੰਮ ਕਿਵੇਂ ਹੋਣਾ ਹੈ, ਕਿਵੇਂ ਆਬਜ਼ਰਵ ਕਰਨਾ ਹੈ ਕਿ ਕੋਈ ਨੈਗੇਟਿਵ ਇਫੈਕਟ ਨਾ ਹੋਏ, ਅਗਰ ਹੋਏ ਤਾਂ ਕੀ ਕਰਨਾ ਹੈ, ਇਹ ਸਾਰੀ ਤਿਆਰੀ ਪੰਜਾਬ ਸਰਕਾਰ ਨੇ ਹੁਣ ਤੱਕ ਦੇ ਜੋ ਗਾਈਡੈਂਸ ਹੈ। ਆਈਡੀਆ ਨਹੀਂ ਹੈ ਕਿੰਨੀ ਕੁ ਰਿਕੁਆਇਰਡ ਐਂਡ ਕਿੰਨੀ ਕੁ ਅਵੇਲੇਬਲ ਹੋਗੀ ਫਸਟ ਫੇਜ਼ ਡੋਜ਼? ਜਦ ਹਾਲੇ ਇਹੀ ਨਹੀਂ ਤੈਅ ਹੋਇਆ ਕਿ ਕਿਹੜੀ ਵੈਕਸੀਨ ਅਪਰੂਵ ਹੋਣੀ ਹੈ ਹਿੰਦੁਸਤਾਨ ਲਈ ਤਾਂ ਉਹਦੀ ਕਿੰਨੀ ਕੁਆਂਟੀਟੀ ਆਏਗੀ ਉਹ ਤਾਂ ਹਾਲੇ ਓਪਨ ਹੈ। ਰਿਕੁਆਇਰਮੈਂਟ ਅਸੀਂ ਜਿੰਨੇ ਸਾਡੇ ਹੈਲਥ ਕੇਅਰ ਵਰਕਰਸ ਨੇ ਹੈਲਥ ਕੇਅਰ ਵਰਕਰਸ ਦੀ ਸਾਰਿਆਂ ਦੀ ਰਿਕੁਆਇਰਮੈਂਟ ਭੇਜ ਦਿੱਤੀ ਹੈ। ਸਾਨੂੰ ਹਾਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਹ ਕਿੰਨੀ ਉਹਨਾਂ ਨੇ ਆਰਡਰ ਪਲੇਸ ਕੀਤੇ ਨੇ ਔਰ ਕਿੰਨੇ ਸਟੇਟਾਂ ਨੂੰ ਵੱਖ-ਵੱਖ ਸਟੇਟਾਂ ਨੂੰ ਭੇਜਣਗੇ, ਕਿਸ ਬੇਸਿਸ ਤੇ ਭੇਜਣਗੇ, ਆਇਆ ਪੋਪੂਲੇਸ਼ਨ ਤੇ ਬੇਸਿਸ ਤੇ ਹੋਏਗਾ ਜਾਂ ਕੇਸਿਸ ਦੇ, ਇਹ ਸਾਰਾ ਹਾਲੇ ਸਾਡੀ ਸਮਝ ਮੁਤਾਬਿਕ ਗਵਰਨਮੈਂਟ ਆਫ ਇੰਡੀਆ ਵੀ ਇਸ ਚੀਜ਼ ਤੇ ਹਾਲੇ ਵਿਚਾਰ ਕਰ ਰਹੀ ਹੈ, ਫਾਈਨਲ ਨਹੀਂ ਹੈ। ਜਦ ਵੀ ਫਾਈਨਲ ਹੋਏਗਾ ਲੇਕਿਨ ਸਾਡੇ ਵੱਲੋਂ ਪੂਰੀ ਤਿਆਰੀ ਹੈ ਕਿ ਅਸੀਂ ਜੋ ਵੀ ਵੈਕਸੀਨ ਜਦ ਵੀ ਆਏਗੀ ਤਾਂ ਉਸ ਨੂੰ ਐਜ਼ ਪਰ ਪ੍ਰਾਇਰਟੀ ਲਿਸਟ ਉਹਨੂੰ ਅਸੀਂ ਲਗਾ ਸਕਦੇ ਹਾਂ। ਜਦੋਂ ਕੋਵਿਡ ਦੀ ਬਿਮਾਰੀ ਸ਼ੁਰੂ ਹੋਈ ਉਦੋਂ ਵੀ ਸਭ ਨੂੰ ਪਤਾ ਸੀ ਕਿਉਂਕਿ ਦੁਨੀਆ ਭਰ ਦਾ ਐਕਸਪੀਰੀਅੰਸ ਕੁਝ ਮਹੀਨਿਆਂ ਦਾ ਹੋ ਚੁੱਕਿਆ ਸੀ ਕਿ 80-85% ਲੋਕ ਜਿਹੜੇ ਨੇ ਉਸ 'ਚ ਬਹੁਤਾ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ। ਕਈ ਤਾਂ ਏਸਿਮਟੋਮੈਟਿਕ ਹੁੰਦੇ ਨੇ ਬਿਲਕੁਲ ਔਰ ਕਈਆਂ 'ਚ ਸਿਰਫ ਥੋੜ੍ਹਾ ਬਹੁਤ ਬੁਖਾਰ ਹੁੰਦਾ ਹੈ। ਸੋ ਇਹ ਜਦੋਂ ਪਲੈਨਿੰਗ ਕੀਤੀ ਤਾਂ ਇਹ ਪਲੈਨਿੰਗ ਕੀਤੀ ਕਿ ਉਹ 85% ਲੋਕਾਂ ਨੂੰ L1 ਫੈਸਿਲਿਟੀ ਜਿਹੜੀ ਬੜੀ ਬੇਸਿਕ ਫੈਸਿਲਿਟੀ ਹੈ ਜਿੱਥੇ ਸਿਰਫ ਸੈਪਰੇਟ ਹੋ ਕੇ ਆਪਣੇ ਘਰੋਂ ਸੈਪਰੇਟ ਹੋ ਕੇ ਰਹਿ ਸਕਦੇ ਨੇ ਔਰ ਮੈਡੀਕਲ ਸੁਪਰਵਿਜ਼ਨ ਹੋ ਜਾਏ
और L2 और L3 इस तरीके नाल बनाई गई। अनफॉर्चुनेटली ये देखा गया कि L1 फैसिलिटी क्योंकि ये प्रॉब्लम इस किस्म की है कि लोगों को अपने घरदियां तो अलग किया गया, एक किस्म की मैंटल टेंशन लोगों च देखी गई, घबराहट देखी गई और L1 फैसिलिटी च जान तो लोग घबराते सी, जिस दे चलते ये भी देखा गया कि टेस्टिंग भी कराउण तो लोग डरते सी कि किते अगर पॉजिटिव आ गए तो उन्होंने अपने घरों ले जाके फैसिलिटी च रखा जाएगा। इसते चलते ओवरऑल पंजाब सरकार ने भी और बाकी हिंदुस्तान विच भी होम आइसोलेशन नू अलाउ किया गया और ये लोगों लिए बहुत अच्छी साबित हुई। लोगों ने इसनू बड़ा वेलकम किया कि वो अपने अपने घरां च भी रह सकते हैं। लेकिन जेड़े लोग ज़्यादा उम्र दे ने और जिन्हां च कोमॉर्बिडिटीज़ ने उन्होंने अपने घरां च ही रहना कई बारी खतरनाक साबित होंदा है। सो असी हुण ये फैसला किया है, CM साहब ने इस अपने कल दे कोविड रिव्यू विच सजैसट किया है कि 70 साल तो वध उम्र के लोग जिहड़े कोमॉर्बिड होण उन्होंने इनकरेज किया जाए, उन्होंने सलाह दी जाए कि वो अपने घरां च रहन के बजाय फैसिलिटी च आ जान, चाहे सरकारी हस्पताल च आना चाहन, प्राइवेट च जिवें वो ठीक समझन, और अगर वो सरकारी हस्पताल च आना चाहणगे तो उन्हों का पूरा प्रबंध किया जाएगा ताकि उन्हों की सेहत को मॉनिटर किया जा सके। ਜਲੰਧਰ ਤੋਂ ਸਾਹਿਲ ਨਰੂਲਾ ਦੀ ਰਿਪੋर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।